ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰਸ ਨੇ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਐਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਂ। ਸਭ ਤੋਂ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਰਾਸ਼ਟਰਪਤੀ ਜ਼ੈਲੈਂਸਕੀ ਦੇ ਤੇਵਰ ਪਏ ਨਰਮ, ਕਿਹਾ ਨਾਟੋ ਦੀ ਮੈਂਬਰਸ਼ਿਪ ਨਹੀਂ ਮੰਗੇਗਾ ਯੂਕਰੇਨ। ਕੀਵ ਤੋਂ ਹਜ਼ਾਰਾਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ। ਜ਼ੈਲੈਂਸਕੀ ਯੂਕਰੇਨ ਦੀ ਮਦਦ ਲਈ ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ 'ਚ ਬਣੀ ਸਹਿਮਤੀ। ਯੂਕਰੇਨ ਨੂੰ ਮਿਗ ਲੜਾਕੂ ਜਹਾਜ਼ਾਂ ਦੀ ਸਪਲਾਈ ਕਰਨ ਲਈ ਪੋਲੈਂਡ ਤਿਆਰ। WHO ਨੇ ਯੂਕਰੇਨ ਵਿੱਚ ਸਿਹਤ ਮੁਲਾਜ਼ਮਾਂ ਤੇ ਹਮਲਿਆਂ ਦੀ ਕਹੀ ਗੱਲ। ਰੂਸ ਨੇ ਹਸਪਤਾਲ ਤੇ ਕੀਤਾ ਹਮਲਾ। ਯੂਕਰੇਨ। ਹੁਣ ਖਬਰਾਂ ਦਾ ਵਿਸਥਾਰ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੇ ਤੇਵਰ ਨਰਮ ਹੁੰਦੇ ਨਜ਼ਰ ਆ ਰਹੇ ਨੇ। ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਯੂਕਰੇਨ ਹੁਣ ਨਾਟੋ ਦੀ ਮੈਂਬਰਸ਼ਿਪ ਦੀ ਮੰਗ ਨਹੀਂ ਕਰੇਗਾ। ਅਮਰੀਕੀ ਮੀਡੀਆ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਇਸ ਦੇ ਸੰਕੇਤ ਮਿਲੇ ਨੇ। ਰੂਸ ਦੇ ਹਮਲਾਵਰ ਰਵੱਈਏ ਨੂੰ ਵੇਖਦੇ ਹੋਏ ਜ਼ੈਲੈਂਸਕੀ ਨੇ ਕਿਹਾ ਕਿ ਉਹਨਾਂ ਦਾ ਦੇਸ਼ ਨਾਟੋ 'ਚ ਸ਼ਾਮਿਲ ਹੋਣ ਤੇ ਜ਼ੋਰ ਨਹੀਂ ਦੇਵੇਗਾ। ਉਹਨਾਂ ਇਹ ਵੀ ਕਿਹਾ ਨਾਟੋ ਉਹਨਾਂ ਨੂੰ ਹੁਣ ਨਹੀਂ ਚਾਹੁੰਦਾ। ਨਾਲ ਹੀ ਉਹਨਾਂ ਨੇ ਡੋਨੇਸਕ ਅਤੇ ਲੁਹਾਨਸਕ ਸਮਝੌਤੇ ਤੇ ਵੀ ਵਿਚਾਰ ਦੇ ਸੰਕੇਤ ਦਿੱਤੇ ਨੇ। ਉੱਥੇ ਹੀ ਜੰਗਬੰਦੀ ਨੂੰ ਲੈ ਕੇ 3 ਦੌਰ ਦੀ ਗੱਲਬਾਤ ਦੇ ਬਾਵਜੂਦ ਰੂਸ ਦੇ ਤੇਵਰ ਨਰਮ ਨਹੀਂ ਹੋ ਰਹੇ। ਬੁੱਧਵਾਰ ਨੂੰ ਰੂਸ ਨੇ ਅਮਰੀਕਾ ਅਤੇ ਪੋਲੈਂਡ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਨੇ ਯੂਕਰੇਨ ਨੂੰ ਜੈਟ ਜਹਾਜ਼ ਮੁਹੱਈਆ ਕਰਵਾਏ ਤਾਂ ਉਹਨਾਂ ਨੂੰ ਅੰਜਾਮ ਭੁਗਤਣਾ ਪਵੇਗਾ। ਰੂਸ ਨੇ ਇਸ ਤੋਂ ਇਲਾਵਾ ਕਿਹਾ ਕਿ ਨਾਟੋ ਦਾ ਅਸਲ ਮਕਸਦ ਉਸ ਨੂੰ ਰੋਕਣਾ ਹੈ। ਨਾਲ ਹੀ ਰੂਸੀ ਸਰਕਾਰ ਨੇ ਚੇਤਾਵਨੀ ਦਿੱਤੀ ਕਿ ਅਸੀਂ ਨਾਟੋ ਨੂੰ ਮੂੰਹ ਤੋੜ ਜਵਾਬ ਦੇਵਾਂਗੇ। ਰੂਸ ਨੇ ਦਾਅਵਾ ਕੀਤਾ ਕਿ ਪੂਰਬੀ ਹਿੱਸੇ 'ਚ ਨਾਟੋ ਦੀ ਫੌਜ ਜੁੜ ਰਹੀ ਹੈ। ਰੂਸ ਨੇ ਨਾਟੋ ਦੇ ਇਸ ਕਦਮ ਨੂੰ ਭੜਕਾਊ ਦੱਸਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਕਿਹਾ ਕਿ ਰਾਜਧਾਨੀ ਕੀਵ ਅਤੇ ਇਸ ਦੇ ਨੇੜਲੇ ਸ਼ਹਿਰਾਂ ਤੋਂ ਕਰੀਬ 18,000 ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਉਹਨਾਂ ਬੁੱਧਵਾਰ ਨੂੰ ਕਿਹਾ ਕਿ ਇਹ ਕਵਾਇਦ ਯੂਕਰੇਨ ਦੇ ਅੰਦਰ ਕਈ ਮਨੁੱਖੀ ਗਲਿਆਰਿਆਂ ਨਾਲ ਵਪਾਰਕ ਨਿਕਾਸੀ ਕੋਸ਼ਿਸ਼ਾਂ ਦਾ ਹਿੱਸਾ ਹੈ। ਉਹਨਾਂ ਜੰਗਬੰਦੀ ਦੇ ਵਾਅਦੇ ਦੀ ਵੀ ਉਲੰਘਣਾ ਕਰਨ ਨੂੰ ਲੈ ਕੇ ਰੂਸ ਵਿਰੁੱਧ ਹਥਿਆਰਬੰਦ ਬਲਾਂ ਨੂੰ ਚੇਤਾਵਨੀ ਦਿੱਤੀ। ਜ਼ੈਲੈਂਸਕੀ ਨੇ ਫਿਰ ਤੋਂ ਵਿਦੇਸ਼ੀ ਹਵਾਈ ਮਦਦ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਜਹਾਜ਼ ਭੇਜੋ। ਪੱਛਮੀ ਦੇਸ਼ਾਂ ਦੇ ਫੌਜੀ ਉਪਕਰਣ ਭੇਜੇ ਨੇ ਅਤੇ ਯੂਕਰੇਨ ਦੇ ਪੂਰਬੀ ਮੋਰਚੇ ਤੇ ਫੌਜ ਦੀ ਮੌਜੂਦਗੀ ਵਧਾ ਦਿੱਤੀ ਹੈ, ਪਰ ਉਹ ਹਵਾਈ ਸਹਾਇਤਾ ਪ੍ਰਦਾਨ ਕਰਨ ਅਤੇ ਰੂਸ ਨਾਲ ਸਿੱਧੇ ਯੁੱਧ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਸਾਵਧਾਨੀ ਵਰਤ ਰਹੇ ਨੇ। ਜ਼ੈਲੈਂਸਕੀ ਨੇ ਅਸਾਧਾਰਨ ਰੂਪ ਨਾਲ ਰੂਸੀ ਭਾਸ਼ਾ 'ਚ ਰੂਸ ਦੇ ਫੌਜੀਆਂ ਨੂੰ ਯੂਕਰੇਨ ਛੱਡਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਲਗਭਗ 2 ਹਫ਼ਤਿਆਂ ਤੋਂ ਜਾਰੀ ਸਾਡੇ ਪ੍ਰਤੀਰੋਧ ਨੂੰ ਤੁਹਾਨੂੰ ਦਿਖਾ ਦਿੱਤਾ ਹੈ ਕਿ ਅਸੀਂ ਸਮਰਪਣ ਨਹੀਂ ਕਰਾਂਗੇ, ਕਿਉਂਕਿ ਇਹ ਸਾਡਾ ਘਰ ਹੈ। ਇੱਥੇ ਸਾਡੇ ਪਰਿਵਾਰ ਅਤੇ ਬੱਚੇ ਨੇ। ਅਸੀਂ ਆਪਣੀ ਭੂਮੀ ਨੂੰ ਵਾਪਸ ਜਿੱਤਣ ਤੱਕ ਲੜਾਂਗੇ। ਜੇਕਰ ਤੁਸੀਂ ਘਰ ਚਲੇ ਜਾਂਦੇ ਹੋ ਤਾਂ ਤੁਸੀਂ ਹੁਣ ਵੀ ਸਵੈ ਨੂੰ ਬਚਾ ਸਕਦੇ ਹੋ। ਅਮਰੀਕੀ ਕਾਂਗਰਸ ਦੇ ਮੈਂਬਰ ਬੁੱਧਵਾਰ ਨੂੰ ਇੱਕ 2 ਪੱਖੀ ਪ੍ਰਸਤਾਵ ਦੇ ਮਸੌਦੇ ਤੇ ਸਹਿਮਤ ਹੋਏ, ਜਿਸ 'ਚ ਯੂਕਰੇਨ ਅਤੇ ਯੂਰੋਪੀਅਨ ਸਹਿਯੋਗੀਆਂ ਦੀ ਮਦਦ ਲਈ $13.6 ਅਰਬ ਦੀ ਆਰਥਿਕ ਸਹਾਇਤਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਸੰਸਦ ਮੈਂਬਰਾਂ ਨੇ ਮਹਾਮਾਰੀ ਨਾਲ ਨਜਿੱਠਣ ਲਈ ਐਲਾਨੇ ਗਏ $15 ਅਰਬ ਦੇ ਬਜਟ ਦੇ ਬਾਕੀ ਹਿੱਸੇ ਦੇ ਰੂਪ ਵਿੱਚ ਸੰਘੀ ਏਜੰਸੀਆਂ ਨੂੰ ਅਰਬਾਂ ਡਾਲਰ ਦੀ ਵਾਧੂ ਮਦਦ ਦੇਣ ਤੇ ਸਹਿਮਤੀ ਜਤਾਈ। ਰਾਸ਼ਟਰਪਤੀ ਜੋ ਬਾਈਡਨ ਨੇ ਪਿਛਲੇ ਹਫ਼ਤੇ ਯੂਕਰੇਨ ਨੂੰ ਫੌਜੀ, ਮਨੁੱਖੀ ਅਤੇ ਆਰਥਿਕ ਮਦਦ ਮੁਹੱਈਆ ਕਰਵਾਉਣ ਲਈ $10 ਅਰਬ ਦੇ ਬਜਟ ਦੀ ਬੇਨਤੀ ਕੀਤੀ ਸੀ। ਹਾਲਾਂਕਿ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਸੰਸਦ ਮੈਂਬਰਾਂ ਦਾ ਪੁਖਤਾ ਸਮਰਥਨ ਮਿਲਣ ਦੇ ਨਾਲ ਇਹ ਰਾਸ਼ੀ ਵੱਧ ਕੇ $13.6 ਅਰਬ ਤੇ ਪਹੁੰਚ ਗਈ। ਵਾਈਟ ਹਾਊਸ 'ਚ ਬਾਈਡਨ ਨੇ ਕਿਹਾ ਕਿ ਅਸੀਂ ਜ਼ੁਲਮ, ਦਮਨ ਅਤੇ ਹਿੰਸਕ ਕਾਰਵਾਈ ਵਿਰੁੱਧ ਯੂਕਰੇਨ ਦਾ ਸਮਰਥਨ ਕਰਨ ਜਾ ਰਹੇ ਹਾਂ। 2741 ਪੰਨਿਆਂ ਦੇ ਇਸ ਪ੍ਰਸਤਾਵ ਤੇ ਪ੍ਰਤੀਨਿਧੀ ਸਭਾ 'ਚ ਬੁੱਧਵਾਰ ਤੱਕ, ਜਦ ਤੱਕ ਸੈਨੇਟ 'ਚ ਹਫ਼ਤੇ ਦੇ ਅੰਤ ਤੱਕ ਮੋਹਰ ਲਾਉਣ ਦੀ ਉਮੀਦ ਹੈ। ਰੂਸੀ ਹਮਲਾਵਰਾਂ ਨਾਲ ਨਜਿੱਠਣ 'ਚ ਯੂਕਰੇਨ ਦੀ ਮਦਦ ਨੂੰ ਲੈ ਕੇ ਡੈਮੋਕ੍ਰੈਟਿਕ ਅਤੇ ਰਿਪਬਲਿਕ ਮੈਂਬਰ ਇਕਜੁੱਟ ਨਜ਼ਰ ਆ ਰਹੇ ਨੇ। ਉਹਨਾਂ ਨੇ ਸਾਹਮਣੇ ਸਰਕਾਰ ਦੇ ਵਪਾਰਕ ਖਰਚ ਦੇ ਉਪਾਅ ਨੂੰ ਮਨਜ਼ੂਰੀ ਦੇਣ ਲਈ ਸ਼ੁੱਕਰਵਾਰ ਤੱਕ ਦੀ ਸਮੇਂ ਸੀਮਾ ਸੀ, ਜਿਸ ਤੋਂ ਬਾਅਦ ਚੋਣ ਸਾਲ ਦੇ ਮੱਦੇਨਜ਼ਰ ਹਫ਼ਤਾਵਾਰੀ ਸੰਘੀ ਬੰਦੀ ਲਾਗੂ ਹੋ ਜਾਂਦੀ। ਸਮੇਂ ਦੀ ਕਿੱਲਤ ਨੂੰ ਦੇਖਦੇ ਹੋਏ ਸਦਨ ਨੇ ਏਜੰਸੀਆਂ ਨੂੰ 15 ਮਾਰਚ ਤੱਕ ਪ੍ਰਭਾਵੀ ਬਣਾਏ ਰੱਖਣ ਲਈ ਬੁੱਧਵਾਰ ਨੂੰ ਹੀ ਇੱਕ ਬਿੱਲ ਪਾਸ ਕਰਨ ਦੀ ਯੋਜਨਾ ਬਣਾਈ। ਯੂਕਰੇਨ ਲਈ ਪ੍ਰਸਤਾਵਿਤ $4 ਅਰਬ ਤੋਂ ਜ਼ਿਆਦਾ ਦੀ ਸਹਾਇਤਾ ਰਾਸ਼ੀ ਉਹਨਾਂ 20 ਲੱਖ ਤੋਂ ਜ਼ਿਆਦਾ ਸ਼ਰਨਾਰਥੀਆਂ ਨਾਲ ਨਜਿੱਠਣ 'ਚ ਕੀਵ ਅਤੇ ਪੂਰਬੀ ਯੂਰੋਪੀਅਨ ਦੇਸ਼ਾਂ ਦੀ ਮਦਦ ਲਈ ਸੀ।
ਜੋ ਪਹਿਲਾਂ ਹੀ ਯੁੱਧ ਪ੍ਰਭਾਵਿਤ ਦੇਸ਼ ਛੱਡ ਚੁੱਕੇ ਨੇ। ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਦਾ ਦੇਸ਼ ਯੂਕਰੇਨ ਨੂੰ ਰੂਸ ਨਿਰਮਿਤ ਆਪਣੇ ਮਿਗ ਲੜਾਕੂ ਜਹਾਜ਼ਾਂ ਦੀ ਨਾਟੋ ਰਾਹੀਂ ਸਪਲਾਈ ਕਰਨ ਨੂੰ ਤਿਆਰ ਹੈ। ਉਹਨਾਂ ਕਿਹਾ ਕਿ ਇਹ ਇੱਕ ਬਹੁਤ ਗੰਭੀਰ ਫੈਸਲਾ ਹੈ ਜੋ ਉੱਤਰ ਅਟਲਾਂਟਿਕ ਸੰਧੀ ਸੰਗਠਨ ਨਾਟੋ ਦੇ ਸਾਰੇ ਮੈਂਬਰਾਂ ਵੱਲੋਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਵਿਆਪਕ ਸੁਰੱਖਿਆ ਨੂੰ ਪ੍ਰਭਾਵਿਤ ਕਰਦਾ ਹੈ। ਪ੍ਰਧਾਨ ਮੰਤਰੀ ਮੈਤਯੂਸਜ ਮੋਰਾਵੇਕੀ ਨੇ ਕਿਹਾ ਕਿ ਰੂਸ ਦੇ ਹਮਲੇ ਦਾ ਮੁਕਾਬਲਾ ਕਰ ਰਹੇ ਯੂਕਰੇਨ ਨੂੰ ਮਿਗ 29 ਲੜਾਕੂ ਜਹਾਜ਼ ਉਪਲਬਧ ਕਰਾਉਣ ਦੇ ਸਵਾਲ ਤੇ ਫੈਸਲਾ ਕਰਨਾ ਅਤੇ ਹੁਣ ਨਾਟੋ ਅਤੇ ਅਮਰੀਕਾ ਤੇ ਨਿਰਭਰ ਕਰਦਾ। ਪ੍ਰਧਾਨ ਮੰਤਰੀ ਨੇ ਬਿਆਨਾਂ ਦੀ ਯਾਤਰਾ ਤੇ ਕਿਹਾ ਕਿ ਇਸ ਯੁੱਧ ਵਿੱਚ ਪੋਲੈਂਡ ਕੋਈ ਧਿਰ ਨਹੀਂ ਹੈ ਅਤੇ ਨਾਟੋ ਵੀ ਇਸ ਯੁੱਧ ਵਿੱਚ ਕੋਈ ਧਿਰ ਨਹੀਂ ਹੈ। ਉਹਨਾਂ ਕਿਹਾ ਕਿ ਜਹਾਜ਼ ਸੌਂਪਣ ਵਰਗਾ ਇਸ ਤਰ੍ਹਾਂ ਦਾ ਇੱਕ ਗੰਭੀਰ ਫੈਸਲਾ ਜ਼ਰੂਰਤ ਹੀ ਆਮ ਸਹਿਮਤੀ ਨਾਲ ਅਤੇ ਇੱਕ ਆਵਾਜ਼ ਨਾਲ ਨਾਟੋ ਦੇ ਸਾਰੇ ਮੈਂਬਰ ਦੇਸ਼ਾਂ ਵੱਲੋਂ ਕੀਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਇਸ ਵਿਸ਼ੇ ਤੇ ਗੱਲਬਾਤ ਜਾਰੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਤੋਂ ਯੂਕਰੇਨ ਲੜਾਕੂ ਜਹਾਜ਼ ਉਪਲਬਧ ਕਰਵਾਉਣ ਦੀ ਅਪੀਲ ਕਰ ਰਿਹਾ ਹੈ। ਪੋਲੈਂਡ ਨੇ ਆਪਣੇ ਜਹਾਜ਼ ਜਰਮਨੀ 'ਚ ਇੱਕ ਅਮਰੀਕੀ ਫੌਜੀ ਅੱਡੇ ਤੇ ਭੇਜਣ ਦੀ ਪੇਸ਼ਕਸ਼ ਕਰਦੇ ਹੋਏ ਮੰਗਲਵਾਰ ਨੂੰ ਇਸ ਦਾ ਜਵਾਬ ਦਿੱਤਾ। ਪੋਲੈਂਡ ਨੇ ਨਾਲ ਹੀ ਇਹ ਉਮੀਦ ਜਤਾਈ ਹੈ ਕਿ ਉਸ ਤੋਂ ਬਾਅਦ ਜਹਾਜ਼ਾਂ ਨੂੰ ਯੂਕਰੇਨ ਦੇ ਪਾਇਲਟ ਨੂੰ ਸੌਂਪ ਦਿੱਤਾ ਜਾਏਗਾ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਉਸਨੇ ਯੂਕਰੇਨ ਤੇ ਰੂਸ ਦੇ ਹਮਲੇ ਸ਼ੁਰੂ ਹੋਣ ਤੋਂ ਬਾਅਦ ਤੋਂ ਸਿਹਤ ਕੇਂਦਰਾਂ, ਸਿਹਤ ਮੁਲਾਜ਼ਮਾਂ ਅਤੇ ਐਂਬੂਲੈਂਸ ਦੇ ਹਮਲਿਆਂ ਦੇ 18 ਮਾਮਲੇ ਦਰਜ ਕੀਤੇ ਨੇ। WHO ਦੇ ਡਾਇਰੈਕਟਰ ਜਨਰਲ ਟੇਡਰੋਸ ਐਡਨੋਮ ਗ੍ਰੇਬੇਯੇਸਸ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸੰਗਠਨ ਨੇ ਯੂਕਰੇਨ ਨੂੰ 81 ਮੀਟ੍ਰਿਕ ਟਨ ਸਪਲਾਈ ਭੇਜੀ ਹੈ ਅਤੇ ਹੋਰ ਉਪਕਰਨ ਭੇਜਣ ਲਈ ਪਾਈਪਲਾਈਨ ਤਿਆਰ ਕਰ ਰਿਹਾ ਹੈ। ਗ੍ਰੇਬੇਯੇਸਸ ਨੇ ਕਿਹਾ ਕਿ ਅੱਜ ਤੱਕ WHO ਨੇ 150 ਟਰੋਮਾ ਦੇ ਮਰੀਜ਼ਾਂ ਦੇ ਇਲਾਜ ਲਈ ਸਰਜੀਕਲ ਸਮੱਗਰੀ ਵੀ ਭੇਜੀ ਹੈ। WHO ਦੇ ਐਮਰਜੈਂਸੀ ਸੇਵਾ ਮੁਖੀ ਡਾਕਟਰ ਮਾਈਕਲ ਰਿਆਨ ਨੇ ਮੰਨਿਆ ਕਿ ਯੂਕਰੇਨ ਨੂੰ ਮੈਡੀਕਲ ਸਪਲਾਈ ਕਰਨ ਨਾਲ ਵੱਡਾ ਫਰਕ ਪੈਣ ਦੀ ਸੰਭਾਵਨਾ ਨਹੀਂ ਲੱਗਦੀ। ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਦੇ ਹਮਲੇ 'ਚ ਦੱਖਣੀ ਪੂਰਬੀ ਬੰਦਰਗਾਹ ਸ਼ਹਿਰ ਮਾਰੀਓਪੋਲ 'ਚ ਬੱਚਿਆਂ ਦੇ ਹਸਪਤਾਲ ਅਤੇ ਜਨੇਪਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ। ਬੁੱਧਵਾਰ ਨੂੰ ਨਗਰ ਕੌਂਸਲ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਹਸਪਤਾਲ ਨੂੰ ਵੱਡਾ ਨੁਕਸਾਨ ਹੋਇਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਟਵੀਟ ਕੀਤਾ ਕਿ ਮਲਬੇ ਦੇ ਹੇਠ ਲੋਕ ਬੱਚੇ ਦਬੇ ਹੋਏ ਨੇ। ਉਹਨਾਂ ਨੇ ਹਮਲੇ ਨੂੰ ਅਤਿਆਚਾਰ ਕਰਾਰ ਦਿੱਤਾ। ਜ਼ੈਲੈਂਸਕੀ ਦੇ ਦਫ਼ਤਰ ਦੇ ਉਪ ਮੁਖੀ ਕੀਰਿਓ ਤਾਈਮੇਸੇਂਕੋ ਨੇ ਕਿਹਾ ਕਿ ਅਧਿਕਾਰੀ ਮਾਰੇ ਗਏ ਨੇ ਜਾਂ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਨੇ ਸਰਵਸੰਮਤੀ ਨਾਲ ਰੂਸ ਤੇ ਆਰਥਿਕ ਪਾਬੰਦੀਆਂ ਲਗਾਉਣ ਲਈ ਬਿੱਲ ਪਾਸ ਕਰ ਦਿੱਤਾ ਹੈ। ਰੂਸ ਤੇ ਪਾਬੰਦੀਆਂ ਲਗਾ ਚੁੱਕੇ ਕਈ ਦੇਸ਼ਾਂ ਦੇ ਉਲਟ ਨਿਊਜ਼ੀਲੈਂਡ ਨੇ ਪਹਿਲਾਂ ਅਜਿਹੇ ਕਦਮ ਨਹੀਂ ਚੁੱਕੇ ਸਨ ਅਤੇ ਕਿਹਾ ਸੀ ਕਿ ਅਜਿਹੇ ਉਪਾਅ ਸੰਯੁਕਤ ਰਾਸ਼ਟਰ ਦੇ ਵਿਆਪਕ ਯਤਨਾਂ ਦਾ ਹਿੱਸਾ ਹੋਣੇ ਚਾਹੀਦੇ ਨੇ। ਪਾਬੰਦੀ ਬਿੱਲ ਉਹਨਾਂ ਕੁਲੀਨ ਵਰਗਾਂ ਤੇ ਕਾਰਵਾਈ ਦੀ ਗੱਲ ਕਹੀ ਗਈ ਹੈ ਜੋ ਯੂਕਰੇਨ ਤੇ ਰੂਸ ਦੇ ਹਮਲੇ ਨਾਲ ਜੁੜੇ ਨੇ। ਇਹ ਨਿਊਜ਼ੀਲੈਂਡ ਨੂੰ ਸੰਬੰਧਿਤ ਸੰਪਤੀਆਂ ਨੂੰ ਜ਼ਬਤ ਕਰਨ ਅਤੇ ਰੂਸੀ ਜਹਾਜ਼ਾਂ ਨੂੰ ਨਿਊਜ਼ੀਲੈਂਡ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਇਜਾਜ਼ਤ ਦੇਵੇਗਾ। ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਉਹਨਾਂ ਦਾ ਦੇਸ਼ ਹੁਣ ਰੂਸੀ ਕੁਲੀਨ ਵਰਗਾਂ ਲਈ ਸੁਰੱਖਿਅਤ ਪਨਾਹਗਾਹ ਨਹੀਂ ਰਹੇਗਾ ਜੋ ਕਿਤੇ ਹੋਰ ਸਥਾਨਾਂ ਤੇ ਪਾਬੰਦੀਆਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ। ਯੂਕਰੇਨ 'ਚ ਫਸੇ ਵਿਦਿਆਰਥੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਕੋਲ ਖਾਣ ਪੀਣ ਦਾ ਸਮਾਨ ਨਹੀਂ ਹੈ ਤਾਂ ਰੂਸ ਯੂਕਰੇਨ ਵਿਚਾਲੇ ਗੋਲਾਬਾਰੀ ਦੇ ਨਾਲ-ਨਾਲ ਉਹ ਭਾਰੀ ਬਰਫ਼ਬਾਰੀ ਦਾ ਵੀ ਸਾਹਮਣਾ ਕਰ ਰਹੇ ਨੇ। ਯੂਕਰੇਨ ਦੇ ਕਈ ਇਲਾਕਿਆਂ 'ਚ ਇੰਨਿਆਂ ਦਿਨੀ ਭਾਰੀ ਬਰਫ਼ਬਾਰੀ ਹੋ ਰਹੀ ਹੈ ਜਿਸ ਕਾਰਨ ਉੱਥੇ ਫਸੇ ਵਿਦਿਆਰਥੀਆਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਲਗਾਤਾਰ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਰੋਮਾਨੀਆ ਦੇ ਬੁਕਾਰੇਸਟ ਵਿੱਚ ਭਾਰੀ ਬਰਫ਼ਬਾਰੀ 'ਚ ਭਾਰਤੀ ਵਿਦਿਆਰਥੀ ਵਤਨ ਵਾਪਸੀ ਦਾ ਇੰਤਜ਼ਾਰ ਕਰ ਰਹੇ ਨੇ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬਾਰਡਰ ਪਾਰ ਕਰਨ 'ਚ ਉਹਨਾਂ ਨੂੰ ਕਿੰਨੀਆਂ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਯੂਕਰੇਨ ਰੂਸ ਵਿਚਾਲੇ ਗੋਲਾਬਾਰੀ ਦਾ ਖਤਰਾ ਹੈ ਤੇ ਦੂਜੇ ਪਾਸੇ ਭਾਰੀ ਬਰਫ਼ਬਾਰੀ ਵੀ ਉਹਨਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਭਾਰੀ ਬਰਫ਼ਬਾਰੀ ਵਿਚਾਲੇ ਵਿਦਿਆਰਥੀਆਂ ਦਾ ਇੱਕ ਸਮੂਹ 2-3 ਦਿਨਾਂ ਤੋਂ ਯੂਕਰੇਨ ਦਾ ਬਾਰਡਰ ਪਾਰ ਕਰਕੇ ਰੋਮਾਨੀਆ 'ਚ ਦਾਖਲ ਹੋਇਆ ਜਿੱਥੇ ਉਹ ਭਾਰਤ ਸਰਕਾਰ ਅਤੇ ਭਾਰਤੀ ਐਮਬੈਸੀ ਨੂੰ ਮਦਦ ਦੀ ਗੁਹਾਰ ਲਗਾ ਰਹੇ ਨੇ। ਯੂਕਰੇਨ 'ਚ ਰੂਸ ਦੇ ਹਮਲਿਆਂ ਤੋਂ ਬਾਅਦ ਹੁਣ ਤੱਕ ਹਜ਼ਾਰਾਂ ਭਾਰਤੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਹੋ ਚੁੱਕੀ ਹੈ ਜਦਕਿ ਹੋਰ ਨਾਗਰਿਕਾਂ ਦੀ ਵੀ ਦੇਸ਼ ਵਾਪਸੀ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ। ਇਸ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ ਜਿਸ ਵਿੱਚ ਭਾਰਤੀ ਹਵਾਈ ਫੌਜ ਨੂੰ ਵੀ ਸ਼ਾਮਿਲ ਕੀਤਾ ਗਿਆ
ਤਾਂ ਸਰਕਾਰ ਨੇ 4 ਕੇਂਦਰੀ ਮੰਤਰੀਆਂ ਦੀ ਤਾਇਨਾਤੀ ਵੀ ਵੱਖ-ਵੱਖ ਦੇਸ਼ਾਂ ਵਿੱਚ ਕੀਤੀ। ਇਸ ਵਿਚਕਾਰ ਭਾਰਤੀ ਵਿਦਿਆਰਥੀ ਯੂਕਰੇਨ ਦੇ ਕਈ ਸ਼ਹਿਰਾਂ 'ਚ ਫਸੇ ਹੋਏ ਨੇ, ਜਿਨ੍ਹਾਂ ਨੂੰ ਤੁਰੰਤ ਮਦਦ ਦੀ ਲੋੜ ਹੈ। ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ 119 ਭਾਰਤੀਆਂ ਅਤੇ 27 ਵਿਦੇਸ਼ੀਆਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਲੈ ਕੇ ਵੀਰਵਾਰ ਸਵੇਰੇ ਇੱਥੇ ਹਿਡਨ ਹਵਾਈ ਫੌਜ ਸਟੇਸ਼ਨ ਉਤਰਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਯੂਕਰੇਨ ਤੇ 24 ਫਰਵਰੀ ਤੋਂ ਸ਼ੁਰੂ ਹੋਏ ਰੂਸ ਦੇ ਫੌਜੀ ਹਮਲੇ ਕਾਰਨ ਇਹ ਭਾਰਤੀ ਅਤੇ ਵਿਦੇਸ਼ੀ ਨਾਗਰਿਕ ਜੰਗ ਪ੍ਰਭਾਵਿਤ ਦੇਸ਼ਾਂ 'ਚ ਫਸੇ ਹੋਏ ਨੇ। ਯੂਕਰੇਨ ਤੋਂ ਲੋਕਾਂ ਨੂੰ ਕੱਢਣ ਲਈ ਸੰਚਾਲਿਤ ਕੀਤੀ ਗਈ ਇਹ ਹਵਾਈ ਫੌਜ ਦੀ 17ਵੀਂ ਉਡਾਨ ਸੀ। ਯੂਕਰੇਨ ਦਾ ਹਵਾਈ ਖੇਤਰ 24 ਫਰਵਰੀ ਤੋਂ ਬੰਦ ਹੈ। ਅਜਿਹੇ 'ਚ ਭਾਰਤ, ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਵਰਗੇ ਯੂਕਰੇਨ ਦੇ ਗੁਆਂਢੀ ਦੇਸ਼ਾਂ ਰਾਹੀਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਹਵਾਈ ਫੌਜ ਦਾ C-17 ਫੌਜ ਆਵਾਜਾਈ ਜਹਾਜ਼ ਵੀਰਵਾਰ ਨੂੰ ਸਵੇਰੇ ਕਰੀਬ 5:40 ਤੇ ਹਿਡਨ ਹਵਾਈ ਫੌਜ ਸਟੇਸ਼ਨ ਉਤਰਿਆ। ਉਨ੍ਹਾਂ ਦੱਸਿਆ ਕਿ ਹਵਾਈ ਫੌਜ ਸਟੇਸ਼ਨ ਤੇ ਵਿਦੇਸ਼ੀ ਰਾਜ ਮੰਤਰੀ ਰਾਜਕੁਮਾਰ ਰੰਜਨ ਨੇ ਭਾਰਤੀਆਂ ਅਤੇ ਵਿਦੇਸ਼ੀਆਂ ਦਾ ਸਵਾਗਤ ਕੀਤਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਸੂਬੇ ਦੇ 441 ਵਿਦਿਆਰਥੀ ਸਹੀ ਸਲਾਮਤ ਘਰ ਪਹੁੰਚ ਗਏ ਨੇ ਅਤੇ 8 ਵਿਦਿਆਰਥੀ ਯੂਕਰੇਨ ਦੇ ਗੁਆਂਢੀ ਦੇਸ਼ਾਂ 'ਚ ਸੁਰੱਖਿਅਤ ਨੇ ਅਤੇ ਉਹ ਭਾਰਤ ਪਰਤਣਾ ਨਹੀਂ ਚਾਹੁੰਦੇ। ਜੈਰਾਮ ਠਾਕੁਰ ਨੇ ਇਹ ਜਾਣਕਾਰੀ ਬੁੱਧਵਾਰ ਨੂੰ ਵਿਧਾਨ ਸਭਾ 'ਚ ਦਿੱਤੀ। ਉਨ੍ਹਾਂ ਕਿਹਾ ਕਿ ਉਹ ਆਪਣੀ ਇੱਛਾ ਨਾਲ ਫਿਲਹਾਲ ਭਾਰਤ ਵਾਪਸ ਨਹੀਂ ਆਉਣਾ ਚਾਹੁੰਦੇ। ਹੁਣ ਪ੍ਰਦੇਸ਼ ਦੇ ਸਿਰਫ 9 ਵਿਦਿਆਰਥੀ ਵਾਪਸ ਆਉਣੇ ਬਾਕੀ ਨੇ। ਇਨ੍ਹਾਂ 'ਚੋਂ 7 ਪੋਲੈਂਡ ਜਾਂ ਰੋਮਾਨੀਆ ਪਹੁੰਚ ਗਏ ਨੇ। ਯੂਕਰੇਨ ਦੇ ਸੂਮੀ ਤੋਂ ਸਾਰੇ ਭਾਰਤੀਆਂ ਨੂੰ ਕੱਢ ਲਿਆ ਗਿਆ ਹੈ। ਹੁਣ ਯੂਕਰੇਨ 'ਚ ਕੁੱਲ 9 ਵਿਦਿਆਰਥੀ ਫਸੇ ਨੇ, ਜਿਨ੍ਹਾਂ ਨੂੰ ਜਲਦ ਕੱਢ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰਾਲੇ ਦੀ ਸੂਚਨਾ ਅਨੁਸਾਰ ਸੂਮੀ ਖੇਤਰ 'ਚ ਫਸੇ ਸਾਰੇ ਭਾਰਤੀਆਂ ਨੂੰ ਉੱਥੋਂ ਕੱਢ ਲਿਆ ਗਿਆ ਹੈ ਅਤੇ ਪੱਛਮੀ ਸਰਹੱਦ ਵੱਲ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਵੀ ਆਪਰੇਸ਼ਨ ਗੰਗਾ ਦੇ ਅਧੀਨ ਵਿਸ਼ੇਸ਼ ਉਡਾਣਾਂ ਰਾਹੀਂ ਵਾਪਸ ਭਾਰਤ ਪਹੁੰਚਾਇਆ ਜਾਵੇਗਾ। ਬਾਕੀ ਬਚੇ 9 ਪ੍ਰਦੇਸ਼ ਵਾਸੀ ਵੀ ਵਾਪਸ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਆਪਰੇਸ਼ਨ ਗੰਗਾ ਹੁਣ ਆਖਰੀ ਪੜਾਅ 'ਚ ਹੈ। ਕੇਂਦਰ ਸਰਕਾਰ ਵੱਲੋਂ ਯੂਕਰੇਨ ਅਤੇ ਰੂਸ ਦੋਹਾਂ ਦੇਸ਼ਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਰਾਹੀਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਹੋ ਰਹੀ ਹੈ। ਇਸ ਲਈ ਕੇਂਦਰ ਸਰਕਾਰ ਦਾ ਆਭਾਰ ਜ਼ਾਹਿਰ ਕਰਦਾ ਹੈ। ਇਸ ਸੰਦਰਭ ਵਿੱਚ ਪ੍ਰਦੇਸ਼ ਸਰਕਾਰ ਵਿਦੇਸ਼ ਮੰਤਰਾਲੇ ਅਤੇ ਯੂਕਰੇਨ ਅਤੇ ਗੁਆਂਢੀ ਦੇਸ਼ਾਂ 'ਚ ਫਸੇ ਪ੍ਰਦੇਸ਼ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਇਹ ਸੰਕਟ ਜਲਦ ਖਤਮ ਹੋਵੇ ਅਤੇ ਸਾਰੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਦੇ ਜੱਜ ਜਸਟਿਸ ਐਲ ਨਾਗੇਸ਼ਵਰ ਰਾਓ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰੀ ਨੀਤੀ ਜਾਂ ਕਾਰਵਾਈ ਵਿਰੁੱਧ ਕੀਤੀ ਕੋਈ ਵੀ ਟਿੱਪਣੀ ਦੇਸ਼ ਧਰੋਹੀ ਨਹੀਂ ਹੋ ਸਕਦੀ। ਇਸ ਨੂੰ ਮੌਲਿਕ ਅਧਿਕਾਰਾਂ ਵਜੋਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਉਸ ਖਿਲਾਫ ਕਿਸੇ ਵੀ ਟਿੱਪਣੀ ਅਤੇ ਆਲੋਚਨਾ ਤੇ ਕਾਰਵਾਈ ਕਰਦੀ ਹੈ, ਪਰ ਉਸ ਨੂੰ ਸਕਾਰਾਤਮਕ ਢੰਗ ਨਾਲ ਨਹੀਂ ਲੈਂਦੀ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਵਿਅਕਤੀਆਂ ਦੁਆਰਾ ਸਮੂਹਾਂ ਵਿੱਚ ਨਫ਼ਰਤ ਫੈਲਾਉਣ ਲਈ ਕੀਤੀ ਗਈ ਨਫ਼ਰਤੀ ਤਕਰੀਰ ਅਜਿਹੀ ਸ਼ਰਾਰਤ ਹੈ ਜਿਸ ਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ ਅਤੇ ਇਸ ਸੰਬੰਧੀ ਭਾਰਤੀ ਦੰਡਾਵਲੀ ਦੀਆਂ ਸੰਬੰਧਿਤ ਧਾਰਾਵਾਂ ਵਿੱਚ ਸੋਧ ਕਰਨ ਦੀ ਤਜਵੀਜ਼ ਸੀ, ਜੋ ਨਹੀਂ ਕੀਤੀ ਗਈ। ਜਸਟਿਸ ਰਾਓ ਨੇ ਦਸੋਲੀ ਜੇ ਸੋਰਾਬਾਜ਼ੀ ਉਦਘਾਟਨੀ ਯਾਦਗਾਰੀ ਭਾਸ਼ਣ ਦੌਰਾਨ ਇਹ ਗੱਲ ਕਹੀ। ਉਹਨਾਂ ਸਰਕਾਰ ਵੱਲੋਂ ਜਨਤਕ ਹਿੱਤ ਤੇ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਸੋਸ਼ਲ ਮੀਡੀਆ ਤੇ ਕਾਰਵਾਈ ਕਰਨ ਅਤੇ ਇੰਟਰਨੈਟ ਬੰਦ ਕਰਨ ਤੇ ਚਿੰਤਾ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਸਰਕਾਰ ਦਾ ਇਹ ਫਰਜ਼ ਹੈ ਕਿ ਉਹ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੇਵੇ ਅਤੇ ਸੁਪਰੀਮ ਕੋਰਟ ਨਾਗਰਿਕਾਂ ਨੂੰ ਇਹ ਚੇਤੇ ਕਰਵਾਉਂਦਾ ਰਹਿੰਦਾ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਨਾਲ ਜੁੜੀਆਂ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਗੁਆਂਢੀ ਮੁਲਕਾਂ ਦਰਮਿਆਨ ਸਹਿਯੋਗ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਉਹ ਮਾਲਦੀਵਸ ਵਿੱਚ ਚੱਲ ਰਹੀ 5ਵੀਂ NSA ਪੱਧਰੀ ਕੋਲੰਬੋ ਸੁਰੱਖਿਆ ਸੰਮੇਲਨ CSC ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਭਾਰਤ ਦੇ ਹਾਈ ਕਮਿਸ਼ਨ ਨੇ ਟਵੀਟ ਕੀਤਾ, NSA ਅਜੀਤ ਡੋਵਾਲ ਨੇ ਆਪਣੇ ਬਿਆਨ ਵਿੱਚ ਸਮੁੰਦਰੀ ਸੁਰੱਖਿਆ ਨਾਲ ਜੁੜੀਆਂ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਗੁਆਂਢੀ ਸਮੁੰਦਰੀ ਮੁਲਕਾਂ ਦਰਮਿਆਨ ਸਹਿਯੋਗ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ, ਕਿਉਂਕਿ ਇਹ ਉਹਨਾਂ ਦਾ ਪਹਿਲਾ ਫਰਜ਼ ਹੈ। 2 ਰੋਜ਼ਾ ਸੰਮੇਲਨ ਵਿੱਚ ਭਾਰਤ, ਸ਼੍ਰੀਲੰਕਾ, ਮਾਲਦੀਵਸ, ਮੌਰੀਸ਼ੀਅਸ, ਬੰਗਲਾਦੇਸ਼ ਅਤੇ ਸਿਸਲੀ ਦੇ ਕੌਮੀ ਸੁਰੱਖਿਆ ਸਲਾਹਕਾਰ ਅਤੇ ਪ੍ਰਤੀਨਿਧੀ ਹਿੱਸਾ ਲੈ ਰਹੇ ਸਨ। ਸੰਮੇਲਨ ਨੂੰ ਸੰਬੋਧਨ ਕਰਦਿਆਂ ਮਾਲਦੀਵਸ ਦੀ ਰੱਖਿਆ ਮੰਤਰੀ ਮਾਰੀਆ ਦੀਦੀ ਨੇ ਦੇਸ਼ ਨੂੰ ਦਰਪੇਸ਼ ਖੇਤਰੀ ਸੁਰੱਖਿਆ ਚੁਣੌਤੀਆਂ ਜਿਵੇਂ ਨਸ਼ਾ, ਤਸਕਰੀ, ਮਨੁੱਖੀ
ਤਸਕਰੀ, ਸਮੁੰਦਰੀ ਡਾਕੂ, ਅੱਤਵਾਦ ਤੇ ਹਿੰਸਕ ਕੱਟੜਵਾਦ ਦਾ ਜ਼ਿਕਰ ਕੀਤਾ। ਯੂਕਰੇਨ ਦੇ ਉੱਤਰ ਪੂਰਬੀ ਸ਼ਹਿਰ ਸੂਮੀ ਤੋਂ ਕੱਢੇ 700 ਭਾਰਤੀ ਵਿਦਿਆਰਥੀਆਂ ਦਾ ਆਖਰੀ ਵੱਡਾ ਸਮੂਹ ਪੋਲਤਾਵਾ ਤੋਂ ਵਿਸ਼ੇਸ਼ ਰੇਲ ਗੱਡੀ ਵਿੱਚ ਸਵਾਰ ਹੋ ਗਿਆ ਹੈ ਅਤੇ ਵੀਰਵਾਰ ਨੂੰ ਪੋਲੈਂਡ ਤੋਂ ਭਾਰਤ ਲਈ ਉਡਾਨ ਭਰਨ ਦੀ ਸੰਭਾਵਨਾ ਹੈ। ਵਿਦਿਆਰਥੀ ਕੋਆਰਡੀਨੇਟਰ ਅੰਸ਼ਦ ਅਲੀ ਨੇ ਕਿਹਾ ਕਿ ਟ੍ਰੇਨ ਵਿਦਿਆਰਥੀਆਂ ਨੂੰ ਪੱਛਮੀ ਯੂਕਰੇਨ ਦੇ ਲਵੀਵ ਲੈ ਕੇ ਜਾਵੇਗੀ, ਜਿੱਥੋਂ ਉਹਨਾਂ ਨੂੰ ਬੱਸਾਂ ਰਾਹੀਂ ਪੋਲੈਂਡ ਲਿਜਾਇਆ ਜਾਵੇਗਾ। ਪੋਲਤਾਵਾ ਅਤੇ ਲਵੀਵ ਵਿਚਕਾਰ ਦੂਰੀ 888 ਕਿਲੋਮੀਟਰ ਹੈ। ਸੂਮੀ ਵਿੱਚ 2 ਹਫ਼ਤਿਆਂ ਦੇ ਭਿਆਨਕ ਹਾਲਾਤ ਤੋਂ ਬਾਅਦ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਸੀ। ਯੂਕਰੇਨ ਅਤੇ ਰੂਸ ਦੀ ਜੰਗ ਨੇ ਉੱਥੇ ਰਹਿੰਦੇ ਲੋਕਾਂ ਨੂੰ ਤਬਾਹੀ ਦਾ ਮੰਜ਼ਰ ਦਿਖਾ ਦਿੱਤਾ ਹੈ। ਜੰਗ ਕਾਰਨ ਬਣੇ ਮਾੜੇ ਹਾਲਾਤ ਦੇ ਮੱਦੇਨਜ਼ਰ ਸਿੱਖ ਭਾਈਚਾਰੇ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਯੂਕਰੇਨ ਦੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਨਾਲ ਲੱਗਦੇ ਮੁਲਕਾਂ ਦੇ ਗੁਰੂ ਘਰਾਂ ਵਿੱਚ ਯੂਕਰੇਨ ਦੇ ਲੋਕਾਂ ਨੂੰ ਸ਼ਰਨ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਲੋਨੀਗੋ, ਇਟਲੀ ਦੀ ਸਮੂਹ ਸੰਗਤ ਦੇ ਸਹਿਯੋਗ ਸਦਕਾ ਯੂਕਰੇਨ ਤੇ ਰੂਸ ਦੀ ਜੰਗ ਕਾਰਨ ਬੇਘਰ ਹੋਏ ਲੋਕਾਂ ਲਈ ਖਾਣ ਪੀਣ ਦੀਆਂ ਵਸਤਾਂ ਅਤੇ 600 ਯੂਰੋ ਦੀ ਮਾਲੀ ਮਦਦ ਭੇਜੀ ਗਈ। ਇਸ ਮੌਕੇ ਗੁਰੂ ਘਰ ਦੀ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਇਲਾਕੇ ਦੀ ਸੰਗਤ ਨੇ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਪ੍ਰਣ ਕੀਤਾ। ਚੀਨ ਨੇ ਕਿਹਾ ਕਿ ਉਹ 50 ਲੱਖ ਯੂਆਨ ਲਗਭਗ 7.91 ਲੱਖ ਡਾਲਰ ਕੀਮਤ ਦੀ ਖਾਦ ਅਤੇ ਰੋਜ਼ਾਨਾ ਵਰਤੋਂ ਦਾ ਹੋਰ ਸਮਾਨ ਯੂਕਰੇਨ ਨੂੰ ਭੇਜ ਰਿਹਾ ਹੈ। ਹਾਲਾਂਕਿ ਉਸਨੇ ਇਸ ਪੂਰਬੀ ਯੂਰਪੀ ਦੇਸ਼ ਖਿਲਾਫ ਫੌਜੀ ਕਾਰਵਾਈ ਸੰਬੰਧੀ ਰੂਸ ਤੇ ਆਰਥਿਕ ਪਾਬੰਦੀਆਂ ਲਗਾਉਣ ਦਾ ਵਿਰੋਧ ਜਾਰੀ ਰੱਖਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਆਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਮਦਦ ਦੀ ਪਹਿਲੀ ਖੇਪ ਯੂਕਰੇਨ ਨੂੰ ਸੌਂਪੀ ਗਈ ਹੈ ਅਤੇ ਹੋਰ ਖੇਪ ਜਲਦੀ ਭੇਜੀ ਜਾਵੇਗੀ। ਚੀਨ ਸਾਫ਼ ਤੌਰ ਤੇ ਰੂਸ ਦਾ ਸਮਰਥਨ ਕਰ ਰਿਹਾ ਹੈ ਅਤੇ ਝਾਓ ਨੇ ਦੁਹਰਾਇਆ ਕਿ ਮਾਸਕੋ ਖਿਲਾਫ ਆਰਥਿਕ ਪਾਬੰਦੀਆਂ ਦਾ ਬੀਜਿੰਗ ਵਿਰੋਧ ਕਰਦਾ ਹੈ। ਝਾਓ ਨੇ ਕਿਹਾ ਕਿ ਪਾਬੰਦੀ ਦਾ ਡੰਡਾ ਹਰ ਵਾਰ ਸ਼ਾਂਤੀ ਅਤੇ ਸੁਰੱਖਿਆ ਨਹੀਂ ਲਿਆਉਂਦਾ, ਸਗੋਂ ਸੰਬੰਧਿਤ ਦੇਸ਼ਾਂ ਦੀ ਅਰਥ ਵਿਵਸਥਾ ਅਤੇ ਰੋਜ਼ੀ ਰੋਟੀ ਲਈ ਗੰਭੀਰ ਮੁਸ਼ਕਿਲਾਂ ਪੈਦਾ ਕਰਦਾ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।